सत्कारयोग गुरु प्यारी साध संगत जी, वाहिगुरु जी का खालसा वाहिगुरु जी की फतेह। लॉकडाउन के इस पीरीयड विच जदों ज़्यादातर लोग घरां विच बंद हैं, गुरु ग्रंथ साहिब विद्या केंद्र विचों एक छोटा जिहा उपराला किया जा रहा है कि संगत की सेवा विच विद्या केंद्र के विद्यार्थियों वालों गुरबाणी के शब्द नूं गायन करके उसनूं कुछ शब्द अंग्रेजी विच समझाउण दा यतन किया जाए तां जो गुरु क्या संगतां उसका लाहा लै सकन। जिन्नी भी वाहिगुरू ने यह सेवा लई उन्नी देर तक असी हर रोज़ एक शब्द संगत की सेवा विच भेंट करन दा यतन करांगे। ये छोटी जी सेवा आप जी प्रवान करनी। वाहिगुरू जी का खालसा वाहिगुरू जी की फतेह। गुरु प्यारी साध संगत जी, गुरमत दा सिद्धांतां नूं प्रचारन लई सानू अजकल दी नौजवान पीढ़ी दे छेती समझ आउण वाले तरीके अपनाने पैणगे। विद्या केंद्र के विद्यार्थियों ने इसलिए एक निमाणी जी कोशिश की है। आओ एक नाटक देखिए, इन गॉड वी ट्रस्ट। घर दी सफाई कोई फिक्र ही नहीं। और रणजीत आ जी जी सरदार जी। अखबार कितने है? सरदार जी टेबल के नीचे होगा। ओ मिल गया। स्वाइन फ्लू का कहर तो वधदा ही जा रहा है। लगता है फॉरेन कंट्री तो डॉक्टर बुलाने पैणगे। पहला खेडा बारे पढ़ते हैं। अज इंडिया ते यूएई का मैच है। वो कौन आ गया भाई? ये सवेरे सवेरे कौन हो सकता है? गुड मॉर्निंग सर। गुड मॉर्निंग जी। आया नू। हेलो, आई एम जॉन। हेलो, आई एम विल्सन। हेलो। माफ़ करना, ਅਸੀਂ ਤੁਹਾਡੇ ਘਰ ਬਿਨਾਂ ਪੁੱਛੇ ਆ ਗਏ। ਜੇ ਅਸੀਂ ਤੁਹਾਡੇ ਤੋਂ ਥੋੜੇ ਸਵਾਲ ਪੁੱਛੇ ਤੇ ਬੁਰਾ ਤਾਂ ਨਹੀਂ ਮਨਾਓਗੇ? नहीं नहीं, बुरा मनने वाली केड़ी गल है। तुसी जिन्ने मर्जी सवाल पूछो, मैं अपनी काबिलियत हिसाब से जवाब दवांगा। पर तुसी खड़े क्यों? आओ बैठ के गल्लां करते हैं। बैठो। दसो मैं तुहाडी की सेवा कर सकना? केड़े सवाल पूछने सी तुसी? सर की तुसी सिख हो? हाँ मैं सिख हाँ। ਸਰ ਕੀ ਤੁਸੀਂ ਧਾਰਮਿਕ ਇਨਸਾਨ ਵੀ ਹੋ? ਇਹ ਤਾਂ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਧਰਮ ਨੂੰ ਕਿਵੇਂ ਸਮਝਦੇ ਹੋ, ਕਿਵੇਂ ਪਰਿਭਾਸ਼ਿਤ ਕਰਦੇ ਹੋ। सर तुसी अपने रब नू किवें याद करदे हो? मेरा मतलब तुहाडे रब दा की नाम है? ਦੇਖੋ ਭਾਈ, ਪਹਿਲਾਂ ਤੁਸੀਂ ਦੱਸੋ ਤੁਹਾਡਾ ਰੱਬ ਮੇਰੇ ਰੱਬ ਤੋਂ ਵੱਖਰਾ ਹੈ? ਤੁਹਾਡਾ ਰੱਬ ਕੋਈ ਹੋਰ ਤੇ ਮੇਰਾ ਰੱਬ ਕੋਈ ਹੋਰ ਹੈ? ਤੁਸੀਂ ਦੋਵੇਂ ਮੈਨੂੰ ਪ੍ਰਚਾਰਕ ਲੱਗਦੇ ਹੋ। ਤੁਸੀਂ ਦੱਸੋ ਤੁਹਾਡੇ ਵਿਚਾਰ ਅਨੁਸਾਰ ਕਿੰਨੇ ਕੁ ਰੱਬ ਹਨ? जी रब तां केवल एक है। ਹਾਂਜੀ, ਰੱਬ ਤਾਂ ਇੱਕ ਹੈ। ਜੇ ਰੱਬ ਕੇਵਲ ਇੱਕ ਹੈ ਤੇ ਤੁਹਾਡਾ ਤੇ ਮੇਰਾ ਰੱਬ ਵੱਖਰਾ ਕਿਵੇਂ ਹੋਇਆ? ਉਹ ਕਿੱਥੇ ਰਹਿੰਦਾ ਹੈ, ਕਿੱਥੋਂ ਆਉਂਦਾ ਹੈ? ਚਲੋ, ਰਹੀ ਗੱਲ ਨਾਮ ਦੀ, ਉਸ ਦਾ ਨਾਮ ਹੈ ਸਤਨਾਮ। ਸਤ ਤੋਂ ਭਾਵ ਹੈ ਸੱਚਾਈ ਤੇ ਨਾਮ ਮਤਲਬ ਨਾਮ। ਉਸ ਅਕਾਲ ਪੁਰਖ ਦਾ ਨਾਮ ਹਮੇਸ਼ਾ ਵਾਸਤੇ ਸੱਚ ਹੈ। ਤੁਸੀਂ ਰੱਬ ਦੇ ਦਰਸ਼ਨ ਮਾਨਵਤਾ ਵਿੱਚ ਕਰ ਸਕਦੇ ਹੋ। ਕਿਵੇਂ? ਸਮੁੱਚੀ ਮਾਨਵਤਾ ਨੂੰ ਪਿਆਰ ਕਰਕੇ, ਉਹਨਾਂ ਦਾ ਸਤਿਕਾਰ ਕਰਕੇ। ਦੇਖੋ ਜੌਨ, ਕੀ ਇਹ ਸੱਚ ਹੈ ਕਿ ਤੁਹਾਡਾ ਨਾਮ ਜੌਨ ਹੈ? जी हाँ, सारे मैनू ऐसे नाम नाल ही जानते हैं। ਕੀ ਤੁਸੀਂ ਆਪਣਾ ਨਾਮ ਆਪ ਰੱਖਿਆ ਹੈ? जी नहीं, इदां साडे माता ने रखा जी। ਸੋ ਤੁਹਾਡੇ ਨਾਮ ਦੀ ਚੋਣ ਕਿਸੇ ਹੋਰ ਨੇ ਕੀਤੀ ਹੈ। ਤੁਹਾਡੇ ਕੋਲ ਆਪਣਾ ਕੋਈ ਨਾਮ ਨਹੀਂ। ਇਸੇ ਤਰ੍ਹਾਂ ਰੱਬ ਦਾ ਨਾਮ ਹੈ। ਹਰ ਧਰਮ ਨੂੰ ਮੰਨਣ ਵਾਲਿਆਂ ਨੇ ਰੱਬ ਦਾ ਇੱਕ ਵੱਖਰਾ ਨਾਮ ਰੱਖ ਲਿਆ ਹੈ। ਬਹੁਤ ਦਿਲਚਸਪ, ਬਹੁਤ ਵਧੀਆ। ਮੈਂ ਸਿੱਖਾਂ ਬਾਰੇ ਥੋੜਾ ਬਹੁਤ ਪੜ੍ਹਿਆ ਹੈ ਕਿ ਤੁਹਾਡਾ ਨਾਮ ਸਿੰਘ ਹੈ। ਇਸ ਦਾ ਮਤਲਬ ਸ਼ੇਰ ਹੈ? ਹਾਂ, ਸਿੰਘ ਮਤਲਬ ਸ਼ੇਰ। ये तुहाडी दाढ़ी इन्नी लम्मी क्यों है कि तुहाडे सिर दे वाल भी इन्ने लम्मे ने? ਜੀ ਹਾਂ, ਮੇਰੇ ਸਿਰ ਦੇ ਵਾਲ ਵੀ ਲੰਮੇ ਹਨ। ਤੁਸੀਂ ਆਪਣੇ ਕੇਸ ਕੱਟਦੇ ਕਿਉਂ ਨਹੀਂ? ਕਿਉਂਕਿ ਮੈਂ ਰੱਬ ਤੇ ਵਿਸ਼ਵਾਸ ਕਰਦਾ ਹਾਂ। ਜਰਾ ਵਿਸਥਾਰ ਵਿੱਚ ਸਮਝਾਓ। ਦੇਖੋ ਜੀ, ਸਾਰੇ ਕਹਿੰਦੇ ਹਨ ਕਿ ਅਸੀਂ ਰੱਬ ਤੇ ਵਿਸ਼ਵਾਸ ਕਰਦੇ ਹਾਂ, ਪਰ ਕੀ ਅਸਲ ਵਿੱਚ ਅਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹਾਂ? ਉਸ ਦੀ ਗੱਲ ਨੂੰ ਮੰਨਦੇ ਹਾਂ? ਉਸ ਰੱਬ ਨੇ ਮਨੁੱਖ ਦਾ ਇੰਨਾ ਸੋਹਣਾ ਸਰੀਰ ਬਣਾਇਆ ਹੈ। ਇਹ ਸਰੀਰ ਬੇਸ਼ਕੀਮਤੀ ਹੈ।
ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਰੱਬ ਨੇ ਸਾਡੇ ਹਰ ਅੰਗ ਨੂੰ ਲੋੜ ਮੁਤਾਬਕ ਬਣਾਇਆ ਹੈ। ਕੇਸ ਵੀ ਸਾਡੇ ਸਰੀਰ ਦੇ ਹੀ ਅੰਗ ਹਨ। ਜੇ ਕਿਸੇ ਮਨੁੱਖ ਦਾ ਕੋਈ ਸਰੀਰ ਦਾ ਅੰਗ ਕੱਟਿਆ ਜਾਵੇ, ਵੱਢਿਆ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਅਸੀਂ ਉਹਨੂੰ ਕੀ ਕਹਿੰਦੇ ਹਾਂ? ਅੰਗਹੀਣ ਜਾਂ ਅਪਾਹਿਜ। ਪਾਪਾ ਸਤਿ ਸ੍ਰੀ ਅਕਾਲ, ਮੈਂ ਕਲਾਸ ਵਾਸਤੇ ਜਾ ਰਿਹਾ। ਸਤਿ ਸ੍ਰੀ ਅਕਾਲ ਬੇਟਾ, ਰੁਕੋ, ਇੱਧਰ ਆਓ, ਇਹਨਾਂ ਨੂੰ ਮਿਲੋ। ਇਹ ਨੇ ਮਿਸਟਰ ਜੌਨ। ਗੁੱਡ ਮਾਰਨਿੰਗ। गुड मॉर्निंग। ਜੀ ਮੇਰਾ ਨਾਮ ਵਿਲਸਨ ਹੈ। गुड मॉर्निंग। ਬੈਠੋ। ਇਹ ਮੇਰਾ ਬੇਟਾ ਰਣਦੀਪ ਹੈ ਤੇ ਕੰਪਿਊਟਰ ਇੰਜੀਨੀਅਰਿੰਗ ਕਰ ਰਿਹਾ ਹੈ ਤੇ ਅੱਜ ਕਲਾਸ ਵਾਸਤੇ ਜਾ ਰਿਹਾ ਸੀ। ਤੁਸੀਂ ਵੀ ਆਪਣੇ ਕੇਸ ਕਦੀ ਨਹੀਂ ਕੱਟੇ? ਬੇਟਾ ਇਹ ਸੱਜਣ ਪ੍ਰਚਾਰਕ ਨੇ ਤੇ ਕੇਸਾਂ ਦੀ ਮਹੱਤਤਾ ਬਾਰੇ ਜਾਣਨਾ ਚਾਹੁੰਦੇ ਹਨ। ਤੁਸੀਂ ਵੀ ਇਹਨਾਂ ਨੂੰ ਦੱਸੋ। ਹਾਂਜੀ, ਮੈਂ ਵੀ ਆਪਣੇ ਕੇਸ ਕਦੀ ਨਹੀਂ ਕੱਟੇ। ਕੇਸ ਸਾਡੇ ਸਰੀਰ ਦੇ ਇੱਕ ਅੰਗ ਵਾਂਗ ਹਨ। ਦਿਮਾਗ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ। ਇਹ ਕੰਪਿਊਟਰ ਦੀ ਹਾਰਡ ਡਿਸਕ ਜਿਹੜਾ ਹੈ, ਸਰੀਰ ਨੂੰ ਹਰ ਸਮੇਂ ਤਰੋ-ਤਾਜ਼ਾ ਰੱਖਣ ਲਈ, ਠੀਕ ਤਰੀਕੇ ਨਾਲ ਕੰਮ ਕਰਦੇ ਰਹਿਣ ਲਈ ਕੇਸ ਸਾਡੀ ਮਦਦ ਅਤੇ ਸੁਰੱਖਿਆ ਵੀ ਕਰਦੇ ਹਨ। ਕੇਸ ਸਾਡੇ ਨਰਵਸ ਸਿਸਟਮ ਲਈ ਐਂਟੀਨੇ ਦੀ ਤਰ੍ਹਾਂ ਵੀ ਕੰਮ ਕਰਦੇ ਹਨ। ਵੀਰ ਜੀ ਤੁਸੀਂ ਕੰਪਿਊਟਰ ਇੰਜੀਨੀਅਰ ਹੋ ਜਾਂ ਤੁਸੀਂ ਡਾਕਟਰ ਹੋ? ਨਹੀਂ ਨਹੀਂ, ਮੈਂ ਕੰਪਿਊਟਰ ਇੰਜੀਨੀਅਰ ਹੀ ਹਾਂ, ਪਰ ਮੈਂ ਥੋੜੀ ਬਹੁਤ ਸਟੱਡੀ ਕੀਤੀ ਹੈ ਕੇਸਾਂ ਉੱਤੇ। ਅੱਛਾ। ਕੇਸਾਂ ਨੂੰ ਕੱਟਣਾ ਇਸ ਤਰ੍ਹਾਂ ਹੈ ਜਿਵੇਂ ਕੂਲਿੰਗ ਫੈਨ ਤੋਂ ਬਿਨਾਂ ਕਿਸੇ ਕੰਪਿਊਟਰ ਨੂੰ ਆਪਰੇਟ ਕਰਨਾ। ਕੇਸ ਸਾਡੇ ਲਈ ਬਹੁਤ ਜ਼ਰੂਰੀ ਹਨ। ਸਰਦਾਰ ਜੀ, ਕੇਸਾਂ ਬਾਰੇ ਥੋੜਾ ਹੋਰ ਦੱਸੋ। ਦਿਮਾਗ ਸਾਡੇ ਸਰੀਰ ਦੇ ਹਰ ਅੰਗ ਨੂੰ ਕੰਮ ਕਰਨ ਲਈ ਨਿਰਦੇਸ਼ ਦਿੰਦਾ ਹੈ। ਇਸ ਦਾ ਤੇ ਤੁਹਾਨੂੰ ਵੀ ਪਤਾ ਹੈ। ਭਾਵ ਸਾਡੇ ਹਰ ਅੰਗਾਂ ਤੋਂ ਦਿਮਾਗ ਹੀ ਕੰਮ ਕਰਾਉਂਦਾ ਹੈ। ਕੇਸ ਕੱਟਣ ਤੋਂ ਭਾਵ ਹੈ ਕਿ ਸਰੀਰ ਦੇ ਇੱਕ ਹਿੱਸੇ ਨੂੰ, ਇੱਕ ਅੰਗ ਨੂੰ ਅਲੱਗ ਕਰਨਾ, ਜਿਸ ਦੇ ਨਾਲ ਸਰੀਰ ਦੀ ਅੰਗਾਂ ਦੀ ਰੜ ਮਿਲ ਕੇ ਕੰਮ ਕਰਨ ਦੀ ਸਮਰੱਥਾ ਘਟਦੀ ਹੈ, ਤਾਕਤ ਖਤਮ ਹੁੰਦੀ ਹੈ। ਦਾੜੀ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਦਾੜੀ ਵੀ ਕਦੇ ਨਹੀਂ ਕੱਟਦੇ? ਦੇਖੋ ਜੌਨ, ਤੁਸੀਂ ਇੱਕ ਮਰਦ ਹੋ। ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਰੱਬ ਨੇ ਤੁਹਾਡੇ ਮੂੰਹ ਤੇ ਦਾੜੀ ਕਿਉਂ ਉਗਾਈ ਹੈ ਤੇ ਤੁਸੀਂ ਵੀ ਕਦੀ ਦਾੜੀ ਨਹੀਂ ਕੱਟੋਗੇ, ਕਦੀ ਸ਼ੇਵ ਨਹੀਂ ਕਰੋਗੇ। ਸਾਡੇ ਚਿਹਰੇ ਦੇ ਵਾਲ ਮਤਲਬ ਦਾੜੀ ਸਾਡੇ ਮਰਦ ਹੋਣ ਦੀ ਨਿਸ਼ਾਨੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਬੱਚੇ ਤੋਂ ਜਵਾਨ ਮਰਦ ਬਣ ਗਏ ਹਾਂ। ਜਦੋਂ ਤੁਸੀਂ ਕੇਸ ਕੱਟਦੇ ਹੋ, ਰੱਬ ਉਗਾ ਦਿੰਦਾ ਹੈ। ਤੁਸੀਂ ਫਿਰ ਕੱਟਦੇ ਹੋ, ਰੱਬ ਫਿਰ ਉਗਾ ਦਿੰਦਾ ਹੈ, ਕਿਉਂਕਿ ਕੁਦਰਤ ਵੱਲੋਂ ਸਾਡੇ ਮਰਦ ਹੋਣ ਦੀ ਨਿਸ਼ਾਨੀ ਹੈ ਦਾੜੀ। ਕੇਸ ਕੱਟਣ ਦੇ ਨੁਕਸਾਨ ਵੀ ਹਨ? ਜੀ ਹਾਂ, ਕੇਸ ਕੱਟਣ ਦੇ ਨੁਕਸਾਨ ਹਨ, ਕਿਉਂਕਿ ਜਦੋਂ ਤੁਸੀਂ ਕੇਸ ਕੱਟਦੇ ਹੋ ਤਾਂ ਸਰੀਰ ਦੀ ਸਾਰੀ ਤਾਕਤ ਭਾਵ ਨਿਊਟਰਨ ਵੇਸਟ ਚਲੇ ਜਾਂਦੇ ਹਨ, ਕਿਉਂਕਿ ਮਰਦਾਨਾ ਹਾਰਮੋਨ ਤੇ ਨਿਊਟਰਨ ਫਿਰ ਤੋਂ ਕੇਸਾਂ ਨੂੰ ਉਗਾਉਣ ਵਿੱਚ ਲੱਗ ਜਾਂਦੇ ਹਨ। ਇਹ ਉਹੀ ਨਿਊਟਰਨਸ ਹਨ ਜੋ ਮਰਦਾਨਾ ਹਾਰਮੋਨ ਬਣਾਉਂਦੇ ਨੇ ਤੇ ਇਹਨਾਂ ਕਰਕੇ ਹੀ ਸਾਨੂੰ ਮਰਦ ਹੋਣ ਦਾ ਅਹਿਸਾਸ ਹੁੰਦਾ ਹੈ। ਪਰ ਕੇਸਾਂ ਨਾਲ ਪਰਮਾਤਮਾ ਦਾ ਕੀ ਸੰਬੰਧ ਹੈ? ਦੇਖੋ ਵੀਰ ਜੀ, ਜਦੋਂ ਤੁਸੀਂ ਸਵੇਰੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਦੇ ਹੋ ਤਾਂ ਪਰਮਾਤਮਾ ਤੁਹਾਨੂੰ ਯਾਦ ਕਰਾਉਂਦਾ ਹੈ ਕਿ ਤੁਸੀਂ ਮਰਦ ਹੋ, ਇਸ ਲਈ ਤੁਹਾਨੂੰ ਦਾੜੀ ਦਿੱਤੀ ਹੈ। ਦਾੜੀ ਕੱਟ ਕੇ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਰੱਬਾ, ਅਸੀਂ ਤੇਰੇ ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਤੇਰੇ ਨਾਲੋਂ ਵੱਧ ਸਿਆਣੇ ਆ। ਰੱਬ ਤਾਂ ਚਾਹੁੰਦਾ ਹੈ ਕਿ ਤੁਸੀਂ ਮਰਦ ਨਜ਼ਰ ਆਓ, ਪਰ ਤੁਸੀਂ ਔਰਤ ਦੱਸਣਾ ਚਾਹੁੰਦੇ ਹੋ, ਫਿਰ ਰੱਬ ਦਾ ਕੀ ਕਸੂਰ? ਦੇਖੋ ਵੀਰ ਜੀ, ਕਈ ਤੁਸੀਂ ਕਾਂ ਨੂੰ ਤੋਤਾ ਕਿਹਾ ਹੈ, ਜੀ ਨਹੀਂ। ਗਾਂ ਨੂੰ ਮੱਝ ਕਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਇसी तरह परमात्मा ने सारे जीवां नूं वक्री वक्री पहचान दी है। इंसानां विच भी मर्द अते औरत फर्क रखिया है। मर्द नूं दाड़ी दित्ती है अते औरत नूं दाड़ी नहीं दित्ती। पर अजकल फैशनां दे पिछे लग के मुंडे केस कटवाए जा रहे ने, गोता बना के घूम रहे ने अते दाड़ी कट रहे ने। यह रब दे हुक्म दा उलंघन है। जेकर एक मर्द औरत बनने की कोशिश करता रहे तो एक दिन वो औरत बन ही जाता है। इसे करके ही अजकल के चेहरिਆਂ 'ਚ इन्ना बदला आ गया है कि चेहरे ਨੂੰ ਵੇਖ ਕੇ मर्द ਤੇ औरत ਦੀ ਪਛਾਣ ਕਰਨੀ ਔਖੀ ਹੋ ਗਈ है। पापा ਤੁਸੀਂ ਗੱਲਾਂ ਬਾਤਾਂ ਹੀ ਕਰੀ ਜਾ ਰਹੇ ਹੋ, ਚਾਹ ਪਾਣੀ ਪੁੱਛਿਆ ਨਹੀਂ ਪੁੱਛਿਆ? अरे मैं तो भुल ही गया। ਤੁਸੀਂ ਕੀ ਲਓਗੇ, ਠੰਡਾ ਜਾਂ ਗਰਮ? जी मौसम बड़ा गर्म है, तुसी कुछ ठंडा ही मंगा लो। और रणजीता जी सरदार जी। ठंडा लिया भाई। जी सरदार जी अभी आया। अच्छा पापा, मैं चलदा कोचिंग वास्ते। अच्छा जी, सत श्री अकाल। रुको, बैठो। ਅੱਜ ਇਹ ਮਹਿਮਾਨ ਆਏ ਨੇ, ਅੱਜ ਇਹਨਾਂ ਦੀ ਗੱਲਾਂ ਨੂੰ ਸੰਤੁਸ਼ਟ ਕਰਦੇ ਹਾਂ, ਕੇਸਾਂ ਦੇ ਬਾਰੇ ਦੱਸਦੇ ਹਾਂ। ਤੁਸੀਂ ਆਪਣੀ ਕਲਾਸ ਸ਼ਾਮ ਨੂੰ ਲਾ ਲੈਣਾ। ठीक है पापा जी। पर वीर जी तुसी जो विश करते हो सत श्री अकाल, इसका की मतलब है? ਸਤਿ ਸ੍ਰੀ ਅਕਾਲ ਦਾ ਭਾਵ ਅਰਥ ਹੈ ਉਹ ਅਕਾਲ ਪੁਰਖ ਪਰਮਾਤਮਾ ਹਮੇਸ਼ਾ ਕਾਇਮ ਰਹਿਣ ਵਾਲਾ ਸੱਚ ਹੈ। कायम रहने वाला सच? व्हाट इट मीन? ਕਾਇਮ ਰਹਿਣ ਵਾਲਾ ਸੱਚ ਤੋਂ ਭਾਵ ਹੈ ਜਿਵੇਂ ਤੁਹਾਡਾ ਨਾਮ ਜੌਨ ਹੈ, हाँ जी। ਇਹ ਇੱਕ ਅਧੂਰਾ ਸੱਚ ਹੈ। किवें?
ਇਸ ਨਾਮ ਨੂੰ ਜਦ ਤੱਕ ਜਾਣਿਆ ਜਾ ਸਕਦਾ ਹੈ ਜਦ ਤੱਕ ਤੁਸੀਂ ਇਸ ਦੁਨੀਆ ਵਿੱਚ ਹੋ। ਤੁਹਾਡੇ ਜਾਣ ਤੋਂ ਬਾਅਦ ਇਸ ਨਾਮ ਦੀ ਕੋਈ ਸੱਚਾਈ ਨਹੀਂ, ਇਸ ਨੂੰ ਕੋਈ ਨਹੀਂ ਜਾਣੇਗਾ। ਲੇਕਿਨ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਮੇਸ਼ਾ ਤੋਂ ਸੱਚ ਹੈ ਤੇ ਹਮੇਸ਼ਾ ਲਈ ਕਾਇਮ ਰਹਿਣ ਵਾਲਾ ਸੱਚ ਤੇ ਅਟਲ ਹੈ। ਬਾਕੀ ਧਰਮਾਂ ਵਿੱਚ ਕੇਸਾਂ ਦੀਆਂ ਵਿਚਾਰਾਂ ਬਾਰੇ ਕੀ ਜਾਣਦੇ ਹੋ? ਸੰਸਾਰ ਦੀਆਂ ਸਾਰੀਆਂ ਸਭਿਅਤਾਵਾਂ ਤੇ ਪੁਰਾਤਨ ਧਰਮਾਂ ਵਿੱਚ ਚੰਗੇ ਤੇ ਮਹਾਨ ਮਨੁੱਖਾਂ ਦੇ ਕੇਸ ਹੁੰਦੇ ਸਨ। ਭਾਰਤ ਵਿੱਚ ਤਾਂ ਕਿਸੇ समय ਵਿੱਚ ਵੱਡੇ अपराधी सजा भी। जी सरदार जी, मैंने भी टीवी पर देखा था, भगवान लक्ष्मण और राम के भी केस थे। और सरदार जी, मेरे पिताजी ने मुझे बताया था कि जितने भी महान लोग हैं जैसे ऋषि मुनि पैगंबर, इन सब के भी लंबे लंबे केस थे। ਪੈਗੰਬਰ ਮਸੀਹ ਜੀ ਦੇ ਵੀ ਲੰਮੇ ਕੇਸ ਹਨ। ਸੋਹਣੇ ਤੇ ਤੰਦਰੁਸਤ ਕੇਸ ਜਵਾਨੀ ਤੇ ਰਿਸ਼ਟ-ਪੁਸ਼ਟ ਹੋਣ ਦੀ ਨਿਸ਼ਾਨੀ ਹਨ। ਕੇਸ परमात्मा वालों मनुख ਨੂੰ सौंपया गया एक खूबसूरत तोहफा है। केस कटना परमात्मा ਦਾ अपमान करना है, ਉਹਨਾਂ ਦੀ ਕਾਬਲੀਅਤ ਤੇ ਸ਼ੱਕ ਕਰਨਾ है। ਕੀ ਇਹ ਤੁਹਾਡਾ ਨੌਕਰ ਹੈ? नहीं, ये मेरा नौकर नहीं है, ये मेरे पुत्र वर्गा है। जिवें ये रणदीप है उवें ही ये रणजीत है। नहीं बाबूजी, ये सरदार जी तो मेरे लिए भगवान है। कुछ समय पहले जब मैं बहुत बीमार हो गया था तो मेरे घर वालों के पास मेरे इलाज के लिए पैसे नहीं थे। तब ये सरदार जी मुझे अपने घर लेके आए और इन्होंने मेरा इलाज करवाया। मैं कभी स्कूल नहीं गया था, लेकिन अब मैं ओपन स्कूल से 10वीं कर रहा हूँ। और ये सरदार जी मुझे खाना और पहनने के लिए कपड़े देते हैं और ऊपर से मेरी तनख्वाह के मेरे घर वालों को पैसे भी देते हैं। ਅੱਛਾ ਵੀਰ ਜੀ, ਆਪਾਂ ਕੇਸਾਂ ਬਾਰੇ ਗੱਲ ਕਰ ਰਹੇ ਸੀ, ਪਰ ਸਾਇੰਸ ਕੇਸਾਂ ਬਾਰੇ ਕੀ ਕਹਿੰਦੀ ਹੈ? ਪਰ ਹੁਣ ਤਾਂ ਸਾਇੰਸ ਨੇ ਸਾਬਿਤ ਕਰ ਦਿੱਤਾ ਹੈ ਕਿ ਸਾਡੇ ਕੇਸ ਸਟੈਟਿਕ એનર્ਜੀ ਪੈਦਾ ਕਰਦੇ ਹਨ। ਕੇਸਾਂ ਦੇ ਆਲੇ ਦੁਆਲੇ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਹੁੰਦਾ ਹੈ ਜੋ ਸੂਰਜ ਦੀ ਕਿਰਨਾਂ ਤੋਂ ਤਾਕਤ ਲੈ ਕੇ ਸਾਡੇ ਸਰੀਰ ਨੂੰ ਦਿੰਦਾ ਹੈ। ਕੇਸ ਕੱਟਣ ਨਾਲ ਸਾਡੇ ਸਰੀਰ ਵਿੱਚ ਸ਼ਕਤੀ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ ਤੇ ਅਸੀਂ ਬਿਮਾਰ ਹੋ ਜਾਂਦੇ ਹਾਂ। ਕੇਸ ਸਾਡੇ ਸਰੀਰ ਦੇ ਉਨੀ ਹਿੱਸਿਆਂ ਤੇ ਹੁੰਦੇ ਹਨ ਜਿੱਥੇ ਸਾਨੂੰ ਸੁਰੱਖਿਆ, ਤਾਕਤ, ਮਦਦ ਦੀ ਵੱਧ ਜ਼ਰੂਰਤ ਹੁੰਦੀ ਹੈ। ਕੇਸ ਸਾਡੇ ਸਰੀਰ ਦੀ ਸੁਰੱਖਿਆ ਵੀ ਕਰਦੇ ਹਨ। ਕੇਸ ਇੱਕ ਸੁਰੱਖਿਆ ਕਵਚ ਦੀ ਤਰ੍ਹਾਂ ਵੀ ਕੰਮ ਕਰਦੇ ਹਨ, ਦਿਮਾਗ ਨੂੰ ਠੰਡ ਅਤੇ ਗਰਮੀ ਤੋਂ ਵੀ ਬਚਾਉਂਦੇ ਹਨ। ਕੇਸ ਕੱਟ ਕੇ ਅਸੀਂ ਰੱਬ ਦੀ ਕਾਬਲੀਅਤ ਤੇ ਸ਼ੱਕ ਵੀ ਕਰਦੇ ਹਾਂ ਅਤੇ ਉਸ ਦੇ ਨਾਲ ਸਾਡਾ ਰਿਸ਼ਤਾ ਵੀ ਕਮਜ਼ੋਰ ਹੁੰਦਾ ਹੈ। ਪਰ ਅੱਜ ਦੇ ਸਮੇਂ ਵਿੱਚ ਸਾਨੂੰ ਸਮਾਜ ਨਾਲ ਮਿਲ ਕੇ ਵੀ ਤਾਂ ਚੱਲਣਾ ਪੈਂਦਾ ਹੈ ਨਾ। ਮੇਰਾ ਮਤਲਬ ਸੁੰਦਰ ਦਿਸਣ ਲਈ ਕੇਸ ਕੱਟਣੇ ਪੈਂਦੇ ਹਨ। देखो, केस मनुख ਦੀ पैदा ਕੀਤੀ ਹੋਈ ਚੀਜ਼ ਨਹੀਂ ਹੈ ਤੇ ਨਾ ਹੀ ਇਹ ਆਪਸ਼ਨਲ ਹੈ। ਕੇਸ ਕੱਟਣਾ ਫੈਸ਼ਨ ਪਰਦੀ ਤੋਂ ਵੱਧ ਕੁਝ ਨਹੀਂ। ਸਿਗਰਟ ਤੇ ਸ਼ਰਾਬ ਵਰਗੀਆਂ ਬੁਰਾਈਆਂ ਵੀ ਇਸੇ ਭੇਡ ਚਾਲ ਕਰਕੇ ਹੀ ਹਨ ਜੋ ਹੌਲੀ ਹੌਲੀ ਮਨੁੱਖੀ ਸਮਾਜ ਤੇ ਮਨੁੱਖੀ ਸਭਿਅਤਾਵਾਂ ਨੂੰ ਖਤਮ ਕਰ ਰਹੀਆਂ ਹਨ। ਅੱਛਾ, ਸਿੱਖ ਉਹ ਹੈ ਜੋ ਕੇਸ ਨਹੀਂ ਕੱਟਦਾ। ਹਾਂ, ਸਿੱਖ ਉਹ ਹੈ ਜੋ ਕਦੀ ਕੇਸ ਨਹੀਂ ਕੱਟਦਾ। ਸਿੱਖ ਗੁਰੂ ਨਾਨਕ ਸਾਹਿਬ ਜੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਸਾਰੀ ਉਮਰ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਕੇਸ ਨਹੀਂ ਕੱਟਦੇ, ਕਿਸੇ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਜੀ ਬਾਰੇ ਵੀ ਕੁਝ ਦੱਸੋ। ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਦੇ ਮੋਢੀ ਸਨ। ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ। ਗੁਰੂ ਜੀ ਨੇ ਧਰਮ ਦੇ ਨਾਂ ਤੇ ਚੱਲਦੇ ਸਾਰੇ ਕਰਮ ਕਾਂਡਾਂ ਤੇ ਪਾਖੰਡਾਂ ਦੀ ਥਾਂ ਤੇ ਇੱਕ ਅਕਾਲ ਪੁਰਖ ਦਾ ਨਾਮ ਜਪਣ ਅਤੇ ਉਸ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਪੂਰੀ ਦੁਨੀਆ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ। ਹੋਰ ਸੌਖੇ ਸ਼ਬਦਾਂ ਵਿੱਚ ਸਮਝਾਓ। ਦੇਖੋ, ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰੀ ਦੁਨੀਆ ਨੂੰ ਇੱਕ ਅਕਾਲ ਪੁਰਖ ਦਾ ਨਾਮ ਜਪਣ ਅਤੇ ਬਿਨਾਂ ਕਿਸੇ ਜਾਤ ਪਾਤ, ਰੰਗ, ਨਸਲ, ਭੇਦਭਾਵ ਤੋਂ ਪੂਰੀ ਮਨੁੱਖਤਾ ਨੂੰ ਪ੍ਰੇਮ ਕਰਨ ਤੇ ਸਾਰਿਆਂ ਦਾ ਸਤਿਕਾਰ ਕਰਨਾ ਦੱਸਿਆ ਹੈ। ਗੁਰੂ ਜੀ ਨੇ ਕਿਹਾ ਹੈ ਕਿ ਆਪਣੀ ਇਮਾਨਦਾਰੀ ਨਾਲ ਨੇਕ ਕਿਰਤ ਕਰਨੀ ਹੈ ਤੇ ਆਪਣੀ ਕਮਾਈ ਜ਼ਰੂਰਤਮੰਦਾਂ ਨਾਲ ਵੰਡ ਕੇ ਛਕਣਾ ਹੈ। ਕੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਰ ਸਿੱਖਾਂ ਨੇ ਵੀ ਕੇਸ ਰੱਖੇ ਹੋਏ ਸਨ? ਹਾਂਜੀ ਵੀਰ ਜੀ, ਗੁਰੂ ਨਾਨਕ ਸਾਹਿਬ ਜੀ ਸੰਪੂਰਨ ਕੇਸਾਧਾਰੀ ਸਨ। ਇੱਥੋਂ ਤੱਕ ਕਿ ਉਹਨਾਂ ਨਾਲ ਸਾਰੀ ਉਮਰ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਭਾਵੇਂ ਮੁਸਲਮਾਨ ਸਨ ਪਰ ਉਹਨਾਂ ਨੇ ਵੀ ਕੇਸ ਰੱਖੇ ਹੋਏ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਸਿੰਘ ਕਿਉਂ ਨਹੀਂ ਲੱਗਦਾ? ਕਿਉਂਕਿ ਸਿੱਖ ਧਰਮ ਦੀ ਨੀਂਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਰੱਖੀ। ਉਸ ਤੋਂ ਬਾਅਦ ਅਗਲੇ 8 ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਤੇ ਇਸ ਦੇ ਵਿਕਾਸ ਲਈ ਅਮੋਲ ਯੋਗਦਾਨ ਪਾਇਆ ਤੇ ਅਨੇਕਾਂ ਹੀ ਅਨਮੋਲ ਪਰੰਪਰਾਵਾਂ ਕਾਇਮ ਕੀਤੀਆਂ।
ਅਖੀਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 13 ਅਪ੍ਰੈਲ 1699 ਵਿੱਚ ਖਾਲਸੇ ਦੀ ਸਿਰਜਣਾ ਕੀਤੀ। ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਬਣਾਇਆ। ਉਹਨਾਂ ਨੇ ਆਪਣੇ ਨਾਮ ਦੇ ਨਾਲ ਵੀ ਸਿੰਘ ਲਾਇਆ ਤੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸਿੱਖ ਵੀਰ ਆਪਣੇ ਨਾਮ ਨਾਲ ਸਿੰਘ ਤੇ ਸਿੱਖ ਬੀਬੀਆਂ ਆਪਣੇ ਨਾਮ ਦੇ ਨਾਲ ਕੌਰ ਲਾਉਣ। ਤੁਸੀਂ ਇਹ ਕਿਰਪਾਨ ਕਿਉਂ ਪਾ ਕੇ ਰੱਖਦੇ ਹੋ? ਗੁਰੂ ਜੀ ਨੇ ਸਾਰਿਆਂ ਨੂੰ ਕੇਸਾ ਸਮੇਤ ਕੰਗਾ, ਕੜਾ, ਕਛਹਿਰਾ, ਕਿਰਪਾਨ ਹੱਥ ਪਹਿਨਣ ਦਾ ਹੁਕਮ ਕੀਤਾ। ਕੇਸ ਰੱਬ ਦੀ ਦਾਤ ਅਤੇ ਗੁਰੂ ਦੀ ਮੋਹਰ ਹਨ। ਕੰਗਾ ਸਾਡੇ ਸੁਚੇਤ ਹੋਣ ਦੀ ਨਿਸ਼ਾਨੀ ਹੈ ਤੇ ਕੜਾ ਸਾਨੂੰ ਮਾੜੇ ਕੰਮਾਂ ਤੋਂ ਰੋਕਦਾ ਹੈ ਤੇ ਕਛਹਿਰਾ ਸਾਡੇ ਸੱਚੇ ਸੁੱਚੇ ਆਚਰਣ ਦੀ ਨਿਸ਼ਾਨੀ ਹੈ ਤੇ ਕਿਰਪਾਨ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਲਈ ਸਾਨੂੰ ਦਿੱਤੀ ਗਈ ਹੈ। ਇਹ ਸਾਡੇ ਸਰੀਰ ਦੇ ਅੰਗਾਂ ਦੀ ਤਰ੍ਹਾਂ ਹੈ। ਅਸੀਂ ਇਹਨਾਂ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦੇ। ਗੁਰੂ ਜੀ ਨੇ ਹਰ ਸਿੱਖ ਨੂੰ ਹੁਕਮ ਕੀਤਾ ਕਿ ਉਹ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਅਕਾਲ ਪੁਰਖ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਨਿਚਾ ਰੱਖੇ, 10 ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਉੱਤੇ ਨਿਚਾ ਰੱਖੇ ਅਤੇ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੇ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ 4 ਕੁਰੈਤਾਂ ਵੀ ਦੱਸਿਆ ਹਨ। ਕੇਸ ਨਾ ਕੱਟਣਾ, ਭਾਵ ਕੇਸਾਂ ਦੀ ਬੇਅਦਬੀ ਨਾ ਕਰਨੀ, ਕਿਸੇ ਪ੍ਰਕਾਰ ਦੇ ਨਸ਼ੇ ਦੀ ਸੇਵਨ ਨਾ ਕਰਨਾ, ਨਸ਼ੇ ਦੀ ਵਰਤੋਂ ਨਹੀਂ ਕਰਨਾ, ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਤੇ ਪੁੱਠਾ ਹਲਾਲ ਮਾਸ ਨਹੀਂ ਖਾਣਾ। ਕੀ ਤੁਸੀਂ ਪਾਨ ਜਾਂ ਸਿਗਰਟ ਆਦਿ ਵੀ ਪੀਂਦੇ ਹੋ? ਨਹੀਂ ਨਹੀਂ, ਸਿੱਖ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਦਾ। ਜਿਵੇਂ ਮੇਰੇ ਬੇਟੇ ਨੇ ਦੱਸਿਆ ਹੈ ਤੇ ਮੈਂ ਦੱਸਿਆ ਹੈ ਕਿ ਕੁਰੈਤਾਂ ਦਾ, ਇਸੇ ਹੀ ਤਰ੍ਹਾਂ ਕਿਸੇ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨਾ, 5 ਕਕਾਰੀ ਵਰਦੀ ਪਾਉਣਾ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਇਹ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਜੀਵਨ ਜੀਉਣ ਦਾ ਤਰੀਕਾ ਦੱਸਿਆ ਹੈ। ਇਹ ਸਿੱਖ ਦਾ ਜੀਵਨ ਜਿਉਣ ਦਾ ਢੰਗ ਹੈ, ਸਿੱਖ ਦੀ ਜੀਵਨ ਜਾਂਚ ਹੈ। ਗੁਰੂ ਜੀ ਸਿੱਖੋ ਭਾਵ ਖਾਲਸੇ ਨੂੰ ਬਹੁਤ ਹੀ ਮਾਣ ਅਤੇ ਸਤਿਕਾਰ ਦਿੰਦੇ ਹਨ। ਗੁਰੂ ਸਾਹਿਬ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ, ਜੇ ਮੇਰੇ ਦਰਸ਼ਨ ਕਰਨੇ ਹਨ ਤਾਂ ਤਿਆਰ ਬਰ ਤਿਆਰ ਗੁਰੂ ਦੇ ਸਿੱਖ ਵਿੱਚੋਂ ਕੀਤੇ ਜਾ ਸਕਦੇ ਹਨ। ਜਿਹੜਾ ਸਿੱਖ ਰਹਿਣੀ ਰੱਖਦਾ ਹੈ ਉਹ ਗੁਰੂ ਸਾਹਿਬ ਜੀ ਦਾ ਸਾਹਿਬ ਹੈ ਤੇ ਗੁਰੂ ਜੀ ਉਸਦੇ ਚਿਹਰੇ ਹਨ। ਗੁਰਬਾਣੀ ਵਿੱਚ ਸ਼ਬਦ ਵੀ ਆਉਂਦਾ ਨਾ ਪਾਪਾ ਜੀ, ਕੀ ਸ਼ਬਦ ਆਉਂਦਾ ਹੈ? ਗੁਰਬਾਣੀ ਵਿੱਚ ਸ਼ਬਦ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਇਸ ਦਾ ਮਤਲਬ ਕੇਸ ਸਿੱਖ ਹੋਣ ਦੀ ਨਿਸ਼ਾਨੀ ਹਨ? ਨਹੀਂ ਨਹੀਂ, ਕੇਸ ਕੇਵਲ ਸਿੱਖ ਹੋਣ ਦੀ ਨਿਸ਼ਾਨੀ ਨਹੀਂ ਹੈ, ਕੇਸ ਸਗੋਂ ਮਨੁੱਖ ਹੋਣ ਦੀ ਨਿਸ਼ਾਨੀ ਹੈ। ਕੇਸ ਪਰਮਾਤਮਾ ਵੱਲੋਂ ਬਖਸ਼ਿਆ ਗਿਆ ਇੱਕ ਖੂਬਸੂਰਤ ਤੋਹਫਾ ਹੈ। ਕੇਸ ਕੱਟਣਾ ਪਰਮਾਤਮਾ ਦੀ ਹੁਕਮ ਦਾ ਉਲੰਘਣ ਕਰਨਾ ਹੈ ਤੇ ਉਸ ਦੇ ਨਾਲ ਬੇਈਮਾਨੀ ਕਰਨੀ ਹੈ। ਗੁਰੂ ਜੀ ਨੇ ਕਿਹਾ ਹੈ, ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਮਤਲਬ ਜੋ ਮਨੁੱਖ ਦਾ ਸਾਬਤ ਸੂਰਤ ਰੂਪ ਹੈ, ਇਸ ਨੂੰ ਜੋ ਬਦਲਦਾ ਹੈ ਉਹ ਬੇਈਮਾਨ ਹੈ। ਸਰਦਾਰ ਜੀ, ਤੁਸੀਂ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਇਸ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਕੇਸ ਸਾਡੇ ਲਈ ਇੰਨੇ ਜ਼ਰੂਰੀ ਹਨ, ਇੰਨੇ ਬੇਸ਼ਕੀਮਤੀ ਹਨ। ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕੱਟਾਂਗਾ, ਮੈਂ ਰੱਬ ਦੀ ਦਿੱਤੀ ਪਛਾਣ ਨੂੰ ਕਾਇਮ ਰੱਖਾਂਗਾ। ਅੱਜ ਤੋਂ ਬਾਅਦ ਮੈਂ ਵੀ ਕਦੇ ਕੇਸ ਨਹੀਂ ਕੱਟਾਂਗਾ, ਕਿਉਂਕਿ ਮੈਂ ਇੱਕ ਮਨੁੱਖ ਹਾਂ, ਮੈਂ ਆਦਮੀ ਹਾਂ। मैं रब दे हुक्म दा हमेशा पालन करांगा, मैं रब दी दित्ती हुई पछाण नूं हमेशा कायम रखांगा, मैं भी कदे केस नहीं कटांगा। बिकॉज इन गॉड वी ट्रस्ट, in God we trust, in God we trust.